ਸੋ ਸਟੂਡੈਂਟਸ ਅੱਜ ਆਪਾਂ ਨੈਕਸਟ ਯੂਨਿਟ ਸਟਾਰਟ ਕਰਨ ਜਾ ਰਹੇ ਹਾਂ ਜਿਹਦਾ ਨਾਮ ਹੈਗਾ ਜੀ ਮੈਗਨੈਟਿਕ ਇਫੈਕਟ ਆਫ ਕਰੰਟ ਐਂਡ ਮੈਗਨੇਟਿਜ਼ਮ। यूनिट 3 मैग्नेटिक इफेक्ट ऑफ करंट एंड मैगनेटिज्म। ਹੁਣ ਤੱਕ ਆਪਾਂ ਇਹੋ ਦੇਖਿਆ ਕਿ ਇੱਕ ਚਾਰਜ ਆ ਉਹ ਰੈਸਟ ਤੇ ਹੈਗਾ, ਉਹਦੇ ਕੋਲ ਕੀ ਹੈਗਾ ਜੀ, ਇਲੈਕਟ੍ਰਿਕ ਫੀਲਡ ਹੈਗਾ, ਠੀਕ ਆ। ਪਰ ਇਹਦੇ ਕੋਲ ਕੋਈ ਮੈਗਨੈਟਿਕ ਇਫੈਕਟ ਨਹੀਂ ਹੈਗਾ। ਕੀ ਨਹੀਂ ਹੈਗਾ? ਮੈਗਨੈਟਿਕ ਇਫੈਕਟ ਇਹਦੇ ਕੋਲ ਨਹੀਂ ਹੈਗਾ। ਬਟ ਜੇ ਚਾਰਜ ਮੂਵ ਕਰ ਰਿਹਾ, ਚਾਰਜ ਕਿਹਦੇ 'ਚ ਹੈਗਾ? ਕਿਹਦੇ 'ਚ ਹੈਗਾ ਜੀ? ਮੋਸ਼ਨ 'ਚ ਹੈਗਾ। ਹੁਣ ਇਹਦੇ ਕੋਲ ਕੀ ਹੋਏਗਾ? ਮੈਗਨੈਟਿਕ ਫੀਲਡ ਵੀ ਹੋਏਗਾ, ਇਲੈਕਟ੍ਰਿਕ ਫੀਲਡ ਵੀ ਹੋਏਗਾ ਅਤੇ ਮੈਗਨੈਟਿਕ ਫੀਲਡ ਵੀ ਹੋਏਗਾ। ਬਟ ਜਦੋਂ ਚਾਰਜ ਰੈਸਟ 'ਤੇ ਉਹਦੇ ਕੋਲ ਕੀ ਹੋਏਗਾ? ਸਿਰਫ ਇਲੈਕਟ੍ਰਿਕ ਫੀਲਡ ਹੋਏਗਾ। ਸੋ ਇਹਨੂੰ ਇੱਕ ਸਿੰਪਲ ਐਕਟੀਵਿਟੀ ਦੇ ਨਾਲ ਇਹਨੂੰ ਪ੍ਰੂਵ ਕਰ ਸਕਦੇ ਹਾਂ। ਜਿਵੇਂ ਤੁਸੀਂ ਕੀ ਲੈਣੀ ਹੈ, ਤੁਸੀਂ ਘਰ ਦੇ ਵਿੱਚ ਇੱਕ ਕਾਪਰ ਵਾਇਰ ਲੈ ਲਓ, ਠੀਕ ਆ, ਠੀਕ ਹੈ। ਇਹਨੂੰ ਕਿਹਨਾਂ ਕਨੈਕਟਡ ਕਰ ਦਿਓ? ਬੈਟਰੀ ਨਾਲ ਕਨੈਕਟਡ ਕਰ ਦਿਓ। ਕਿਹਨਾਂ ਕਰਨਾ ਤੁਸੀਂ? ਬੈਟਰੀ ਨਾਲ। ਸੇਫਟੀ ਪਿਨ ਲੈ ਲਓ ਜਾਂ, ਠੀਕ ਆ, ਉਹਨੂੰ 2 ਟਰਮੀਨਲ ਲਗਾ ਕੇ ਕਨੈਕਟ ਕਰ ਦਿਓ। ਇਹਦੀ ਸਾਈਡ 'ਤੇ ਇੱਕ ਟਰਬਨ ਦੀ ਪਿਨ ਲੈ ਲਓ, ਠੀਕ ਆ। ਟਰਬਨ ਦੀਆਂ ਪਿਨਸ 3-4 ਰੱਖ ਦਿਓ। ਤੁਸੀਂ ਜਦੋਂ ਇਹਨੂੰ ਸਵਿਚ ਔਨ ਕਰੋਗੇ, ਜਦੋਂ ਬੈਟਰੀ ਲਗਾਓ, ਕੀ ਦੇਖੋਗੇ ਕਿ ਇਹਦੇ ਨਾਲ ਬਾਈਂਡ ਹੋ ਜਾਣਗੀਆਂ, ਠੀਕ ਹੈ। ਇਹ ਜਿਹੜੀ ਵਾਇਰ ਹੈ ਇਹਨਾਂ ਪਿੰਸ ਨੂੰ ਅਟਰੈਕਟ ਕਰ ਲਏਗੀ। ਕਿਉਂ ਕਰੇਗੀ? ਕਿਉਂਕਿ ਹੁਣ ਚਾਰਜ ਕਿਹਦੇ 'ਚ ਹੈਗਾ ਜੀ? ਹੁਣ ਦੇਖੋ ਕਰੰਟ ਤਾਂ ਉਦੋਂ ਹੀ ਆਉਂਦਾ ਨਾ ਆਪਣੇ ਕੋਲ। ਹੁਣ ਇਹ 'ਚ ਕਰੰਟ ਫਲੋ ਕਰੇਗਾ ਪੋਜ਼ੀਟਿਵ ਟੂ ਨੈਗੇਟਿਵ, ਹੈ ਨਾ। ਜਦੋਂ ਕਰੰਟ ਫਲੋ ਕਰ ਰਿਹਾ, ਕਰੰਟ ਫਲੋ ਕਰਨ ਦਾ ਕੀ ਮਤਲਬ ਆ? ਚਾਰਜ ਇੱਕ ਪਰਟੀਕੂਲਰ ਡਾਇਰੈਕਸ਼ਨ ਦੇ ਵਿੱਚ ਮੂਵ ਕਰ ਰਿਹਾ, ਮਤਲਬ ਚਾਰਜ ਰੈਸਟ 'ਤੇ ਨਹੀਂ ਹੈਗਾ। ਜਦੋਂ ਚਾਰਜ ਮੂਵ ਕਰਦੇ ਉਦੋਂ ਕਰੰਟ ਆਉਂਦਾ ਨਾ। ਹੁਣ ਚਾਰਜ ਮੂਵ ਕਰ ਰਿਹਾ, ਉਹਦੇ ਕੋਲ ਕੀ ਆ ਗਿਆ? ਇਲੈਕਟ੍ਰਿਕ ਮੈਗਨੈਟਿਕ ਫੀਲਡ ਆ ਗਿਆ। ਸੋ ਉਹ ਮੈਗਨੈਟਿਕ ਫੀਲਡ ਆ ਗਿਆ, ਪਿੰਸ ਇਹਦੇ ਵੱਲ ਅਟਰੈਕਟ ਹੋ ਗਈਆਂ, ਠੀਕ ਆ। ਮੈਗਨੈਟਿਕ ਮਟੀਰੀਅਲ ਦੀਆਂ ਹੁੰਦੀਆਂ ਨਾ ਪਿੰਸ, ਠੀਕ ਆ, ਆਇਰਨ ਦੀਆਂ ਪਿੰਸ ਨੇ। ਇਹਨਾਂ ਅਟਰੈਕਟ ਹੋ ਗਈਆਂ ਕਿਉਂਕਿ ਇਹਦੇ ਕੋਲ ਕੀ ਆ ਗਿਆ? ਮੈਗਨੈਟਿਕ ਫੀਲਡ ਆ ਗਿਆ ਵਾਇਰ ਦੇ ਕੋਲ। ਕਿਉਂਕਿ ਕਰੰਟ ਆ, ਕਰੰਟ ਮੀਨਸ ਚਾਰਜ ਮੂਵ ਕਰ ਰਿਹਾ, ਠੀਕ ਆ। 10th ਦੇ ਵਿੱਚ ਕੀਤਾ ਤੁਸੀਂ, ਇੱਕ ਵਾਰੀ ਉਹਦਾ ਬੇਸਿਕਸ ਤੁਸੀਂ ਪੜ੍ਹ ਲੈਣਾ, ਠੀਕ ਆ। ਜਿਵੇਂ ਵਾਇਰ ਆ, ਤੁਸੀਂ ਇਹਦੀ ਸਾਈਡ 'ਤੇ ਦੇਖੋ, ਜਿਵੇਂ ਇਹ ਵਾਇਰ ਆ, ਸਟਰੇਟ ਵਾਇਰ ਆ, ਕਰੰਟ ਇੱਧਰ ਨੂੰ ਫਲੋ ਕਰ ਰਿਹਾ, ਠੀਕ ਆ। ਅਤੇ ਇਹਦੀ ਮੈਗਨੈਟਿਕ ਫੀਲਡ ਦੀ ਡਾਇਰੈਕਸ਼ਨ ਵੀ ਫਾਈਂਡ ਕਰ ਸਕਦੇ ਹਾਂ। ਕਿਵੇਂ? ਡਾਇਰੈਕਸ਼ਨ ਕਿਵੇਂ ਫਾਈਂਡ ਕਰਦੇ ਹਾਂ? ਸਟ੍ਰੇਟ ਕਨੈਕਟਰ ਦੇ ਵਿੱਚ ਮੈਗਨੈਟਿਕ ਫੀਲਡ ਦੀ ਬਾਈ ਯੂਜ਼ਿੰਗ ਰਾਈਟ ਹੈਂਡ ਥੰਬ ਰੂਲ। ਤੁਸੀਂ ਪੜ੍ਹਿਆ ਆ, ਮੰਨ ਲਓ ਇਹ ਇੱਧਰ ਨੂੰ ਕਰੰਟ ਫਲੋ ਕਰ ਰਿਹਾ, ਠੀਕ ਆ। ਥੰਬ ਉਹਦੀ ਡਾਇਰੈਕਸ਼ਨ 'ਚ ਕਰਨਾ, ਰਾਈਟ ਹੈਂਡ ਦਾ, ਜਿੱਧਰ ਕਰੰਟ ਫਲੋ ਕਰ ਰਿਹਾ, ਅਤੇ ਇਹਨੂੰ ਫਿੰਗਰਸ ਨੂੰ ਕਰਲ ਕਰ ਲੈਣਾ। ਕੀ ਕਰ ਲੈਣਾ? ਕਰਲ ਕਰ ਲੈਣਾ, ਠੀਕ ਆ। ਇਹ ਡਾਇਰੈਕਸ਼ਨ ਕਿੱਧਰ ਹੋਏਗੀ? ਮੈਗਨੈਟਿਕ ਫੀਲਡ ਲਾਈਨਸ ਦੀ ਇੱਧਰ ਹੋਏਗੀ, ਫਿਰ ਇੱਦਾਂ ਹੋ ਜਾਏਗਾ, ਠੀਕ ਹੈ ਜੀ, ਇੱਧਰ ਨੂੰ, ਠੀਕ। ਹੁਣ ਮੈਗਨੈਟਿਕ ਫੀਲਡ ਪਹਿਲਾਂ ਦੱਸਦੇ ਕੀ ਹੈਗਾ ਜੀ। ਮੈਗਨੈਟਿਕ ਫੀਲਡ, magnetic field is a space around a conductor carrying current or the space around a magnet in which its magnetic effect can be felt, ਠੀਕ ਆ। ਹੁਣ ਦੇਖੋ ਜਿਵੇਂ ਇਹ ਵਾਇਰ ਸੀ, ਇਹਦੇ ਰਾਊਂਡ ਮੈਗਨੈਟਿਕ ਫੀਲਡ ਹੈਗਾ ਨਾ ਜੀ, ਕਰੰਟ ਫਲੋ ਕਰ ਰਿਹਾ, ਠੀਕ ਆ। ਹੁਣ ਇਹਦੇ ਰਾਊਂਡ ਇੱਕ ਫੀਲਡ ਆ, ਜਿੱਥੇ ਇਹਦਾ ਮੈਗਨੈਟਿਕ ਇਫੈਕਟ ਨੂੰ ਆਪਾਂ ਫੀਲ ਕਰ ਸਕਦੇ ਹਾਂ। ਉਹਦਾ ਫੀਲਡ ਆ ਇਹਦੇ ਰਾਊਂਡ, ਠੀਕ ਆ, ਵਾਇਰ ਦੀ, ਜਿੱਥੇ ਇਹਦਾ ਮੈਗਨੈਟਿਕ ਫੀਲਡ ਜਿੱਥੋਂ ਤੱਕ ਹੈਗਾ, ਮਤਲਬ ਜਿੱਥੋਂ ਤੱਕ ਇਹ ਫੋਰਸ ਲਗਾ ਸਕਦੀ ਹੈ ਨਾ ਮੈਗਨੈਟਿਕ ਮਟੀਰੀਅਲ 'ਤੇ, ਉਹ ਕੀ ਹੈਗਾ? ਮੈਗਨੈਟਿਕ ਫੀਲਡ। ਇਹਦੇ ਅਰਾਊਂਡ ਇੱਕ ਸਪੇਸ ਆ ਵਾਇਰ ਦੇ, ਠੀਕ ਆ, ਜਿਹਦੇ ਰਾਊਂਡ ਇਹਦਾ ਅਸੀਂ ਮੈਗਨੈਟਿਕ ਇਫੈਕਟ ਨੂੰ ਫੀਲ ਕਰ ਸਕਦੇ ਹਾਂ, ਠੀਕ ਆ, ਵਾਇਰ ਦੇ ਰਾਊਂਡ। ਉਹਨੂੰ ਕੀ ਕਹਾਂਗੇ? ਅਸੀਂ ਮੈਗਨੈਟਿਕ ਇਫੈਕਟ। ਜਾਂ ਇੱਕ ਮੈਗਨੇਟ ਲੈ ਲਓ ਤੁਹਾਡਾ, ਮੈਗਨੇਟ ਦੇ ਰਾਊਂਡ ਵੀ, ਤੇ ਤੁਹਾਨੂੰ ਤੁਸੀਂ ਦੇਖਿਆ ਨਾ, ਜਿਵੇਂ ਆਇਰਨ ਨੇਲ, ਇਹਨੂੰ ਕੋਲ ਲੈ ਕੇ ਆਓਗੇ, ਇੱਕ ਟਾਈਮ ਆਏਗਾ ਇਹ ਫੋਰਸ ਲਗਾਉਣੀ ਸ਼ੁਰੂ ਕਰ ਦੇਗਾ ਉਹਦੇ ਉੱਪਰ, ਠੀਕ ਆ, ਆਇਰਨ ਨੇਲ 'ਤੇ। ਸੋ ਉਹਦਾ ਇੱਕ ਫੀਲਡ ਹੋ ਜਾਏਗਾ, ਹੈ ਨਾ, ਠੀਕ ਆ, ਇੱਕ ਸਪੇਸ ਹੋ ਜਾਏਗੀ ਜਿੱਥੇ ਇਹਦਾ ਮੈਗਨੇਟ ਦਾ ਅਸੀਂ ਇਫੈਕਟ ਜਿਹੜਾ ਫੀਲ ਕਰ ਸਕਦੇ ਹਾਂ, ਉਹ ਕੀ ਹੋਏਗਾ? ਮੈਗਨੈਟਿਕ ਫੀਲਡ ਹੋਏਗਾ। ਸੋ ਸਭ ਤੋਂ ਪਹਿਲਾਂ ਹੈਗਾ ਅਰੈਸਟਡ ਐਕਸਪੈਰੀਮੈਂਟ।
ਅਰੈਸਟਡ ਐਕਸਪੈਰੀਮੈਂਟ ਦੀ ਆਪਾਂ ਗੱਲ ਕਰਦੇ ਹਾਂ। ਹੁਣ ਰਾਈਟ ਹੈਂਡ ਥੰਬ ਰੂਲ ਤੁਹਾਨੂੰ ਮੈਂ ਦੱਸ ਕੇ ਹਟਿਆ ਨਾ। ਹੁਣ ਦੇਖੋ ਉਹਨੇ ਕੀ ਕੀਤਾ, ਦੇਖੋ ਇਹ ਸਰਕਟ ਤੁਸੀਂ ਬਣਾਉਣਾ, ਠੀਕ ਆ। ਬੈਟਰੀ ਇਹ ਸੈੱਲ ਲਗਾਇਆ ਇੱਕ, ਇੱਥੇ ਕੀ ਲਗਾਤਾ ਰੀਓਸਟੈਟ, ਇਹਨਾਂ ਹੀ ਕੀ ਵੇਰੀ ਕਰਾਂਗੇ, ਸੌਰੀ ਮੈਂ ਦੁਬਾਰਾ ਬਣਾ ਦੇਣਾ। ਇਹਦਾ ਮਤਲਬ ਇਹ ਰੀਓਸਟੈਟ ਲਗਾਇਆ ਤੁਸੀਂ, ਇਹਨੂੰ ਵੇਰੀ ਕਰਦੇ, ਤੁਸੀਂ ਰੈਜ਼ਿਸਟੈਂਸ ਵੇਰੀ ਕਰਕੇ ਕਰੰਟ ਵੇਰੀ ਕਰ ਸਕਦੇ ਹੋ ਸਰਕਟ ਦੇ ਵਿੱਚ, ਠੀਕ ਆ। ਇਹ ਤੁਹਾਡਾ ਸਟ੍ਰੇਟ ਵਾਇਰ ਹੈਗੀ ਆ, ਠੀਕ ਆ। ਇੱਥੇ ਮੈਂ ਕੀ ਲਗਾ ਦਿੰਦਾ ਤੇ ਮੈਂ ਕਨੈਕਟ ਕਰਤਾ, ਠੀਕ ਆ। ਨੈਗੇਟਿਵ ਟਰਮੀਨਲ ਪੋਜ਼ੀਟਿਵ ਟਰਮੀਨਲ, ਵਾਇਰ ਏ ਬੀ, ਠੀਕ ਹੈ ਜੀ। ਹੁਣ ਕੀ ਹੋਏਗਾ ਦੇਖੋ, ਪ੍ਰੈਸਟਨ ਨੇ ਕੀਤਾ ਉਹਨੇ ਕੰਪਸ ਲਈ, ਮੈਗਨੈਟਿਕ ਕੰਪਸ। ਤੁਹਾਨੂੰ ਪਤਾ ਨਾ ਨੀਡਲ ਕਿੱਧਰ ਹੁੰਦੀ ਹੈ, ਇੱਕ ਨੀਡਲ ਇਹ ਹਮੇਸ਼ਾ ਨੌਰਥ ਸਾਊਥ ਡਾਇਰੈਕਸ਼ਨ 'ਚ ਲਾਈਨ ਰਹਿੰਦੀ ਹੈ ਨਾ, ਆਹ ਨੌਰਥ ਇਹ ਹੈਗਾ ਸਾਊਥ। ਦੇਖੋ ਹੁਣ ਤੁਸੀਂ ਦੇਖੋ ਜਿਵੇਂ ਇਹ ਵਾਇਰ ਆ, ਹੁਣ ਇਹਦੇ ਕਰੰਟ ਕਿੱਧਰ ਨੂੰ ਫਲੋ ਕਰੇਗਾ, ਜੋ ਕਿ ਮੈਂ ਔਨ ਕਰਤਾ ਇਹਨੂੰ, ਠੀਕ ਹੈ। ਇੱਧਰ ਨੂੰ ਫਲੋ ਕਰੇਗਾ ਪੋਜ਼ੀਟਿਵ ਟੂ ਨੈਗੇਟਿਵ ਟਰਮੀਨਲ। ਹੁਣ ਦੇਖੋ ਜਿਵੇਂ ਇਹ ਵਾਇਰ ਆ, ਕਰੰਟ ਇੱਧਰ ਨੂੰ ਫਲੋ ਕਰ ਰਿਹਾ ਨਾ, ਦੇਖੋ ਮੈਂ ਰਾਈਟ ਹੈਂਡ ਮੈਂ ਲਗਾਉਣਾ ਇੱਥੇ, ਠੀਕ ਆ। ਵੈਸੇ ਤੁਸੀਂ ਇੱਥੇ ਰਾਈਟ ਹੈਂਡ ਨਹੀਂ ਲਗਾਉਣਾ, ਇਹ ਐਕਸਪੈਰੀਮੈਂਟ ਆ, ਇਹਨਾਂ ਤੁਹਾਨੂੰ ਮੈਂ ਦੱਸ ਸਕਦਾ ਵੈਸੇ ਵੀ ਡਾਇਰੈਕਸ਼ਨ ਕਿੱਦਾਂ ਆਊਗੀ, ਠੀਕ ਆ। ਇੱਧਰ ਨੂੰ ਕੀਤਾ ਥੰਬ, ਇੱਧਰ ਨੂੰ ਕੀਤਾ ਰਾਈਟ ਹੈਂਡ ਦਾ, ਤਾਂ ਮੈਗਨੈਟਿਕ ਫੀਲਡ ਦੀ ਡਾਇਰੈਕਸ਼ਨ ਕਿੱਧਰ ਨੂੰ ਆਈ, ਇੰਝ ਆ ਗਈ ਨਾ, ਠੀਕ ਆ। ਉਹਨੇ ਕੀ ਰੱਖਿਆ, ਵਾਇਰ ਦੇ ਨੀਚੇ ਉਹਨੇ ਰੱਖੀ ਕੰਪਸ ਨੀਡਲ ਰੱਖੀ। ਹੁਣ ਦੇਖੋ ਹੁਣ ਜਦੋਂ ਐ ਮੈਗਨੈਟਿਕ ਫੀਲਡ ਡਾਇਰੈਕਸ਼ਨ ਇੱਦਾਂ ਆ ਗਈ, ਠੀਕ ਆ। ਤੁਹਾਨੂੰ ਦੱਸਿਆ ਨਾ ਮੈਗਨੈਟਿਕ ਫੀਲਡ ਲਾਈਨਸ 'ਤੇ ਕਿਤੇ ਵੀ ਤੁਸੀਂ ਪੁਆਇੰਟ ਦਾ ਟੇਂਜੈਂਟ ਡਰਾ ਕਰੋਗੇ, ਕਿਹਦੀ ਡਾਇਰੈਕਸ਼ਨ ਆ ਜਾਏਗੀ, ਮੈਗਨੈਟਿਕ ਫੀਲਡ ਦੀ ਆ ਜਾਏਗੀ ਡਾਇਰੈਕਸ਼ਨ, ਠੀਕ ਆ। ਸੋ ਤੁਸੀਂ ਜਿਵੇਂ ਇੱਥੇ ਆ ਐ ਮੂਵ ਐ ਨਾ ਮੈਗਨੈਟਿਕ ਫੀਲਡ ਲਾਈਨਸ ਇੰਝ ਆਈਆਂ, ਇਹ ਪੁਆਇੰਟ ਇੱਧਰ ਨੂੰ ਜਾਣਾ, ਤੇ ਟੇਂਜੈਂਟ ਡਰਾ ਕਰੋਗੇ, ਤੇ ਕਿੱਧਰ ਨੂੰ ਡਾਇਰੈਕਸ਼ਨ ਹੋਏਗੀ ਮੈਗਨੈਟਿਕ ਫੀਲਡ ਦੀ, ਇੱਧਰ ਨੂੰ ਹੋਏਗੀ ਇਹਦੇ ਵਾਇਰ ਦੇ ਨੀਚੇ, ਠੀਕ ਆ। ਜੇ ਕੰਪਸ ਰੱਖੋਗੇ ਨੀਚੇ, ਠੀਕ ਆ, ਫਿਰ ਕੀ ਹੋਏਗਾ, ਜਿਹੜੀ ਨਾਰਥ ਪੋਲ ਆ ਨੀਡਲ ਦਾ, ਉਹ ਕਿੱਧਰ ਨੂੰ ਡਿਫਲੈਕਟ ਹੋ ਜਾਏਗਾ। ਤੁਸੀਂ ਇੰਜ ਕੰਪਸ ਰੱਖੀ, ਜਦੋਂ ਤੁਸੀਂ ਕਰੰਟ ਔਨ ਕੀਤਾ, ਨੀਡਲ ਕਿੱਧਰ ਨੂੰ ਡਿਫਲੈਕਟ ਹੋ ਜਾਏਗੀ, ਇੱਧਰ ਨੂੰ ਡਿਫਲੈਕਟ ਹੋ ਜਾਏਗੀ, ਕਿਉਂਕਿ ਮੈਗਨੈਟਿਕ ਫੀਲਡ ਡਾਇਰੈਕਸ਼ਨ ਇੱਧਰ ਆ, ਨਾਰਥ ਇੱਧਰ ਨੂੰ ਡਿਫਲੈਕਟ ਹੋ ਜਾਏਗੀ, ਠੀਕ ਹੈ ਜੀ। ਸੋ ਇਹਨੂੰ ਜਦੋਂ ਨੀਚੇ ਰੱਖੋਗੇ ਕੀ ਹੋਏਗਾ, ਕੰਪਸ ਆ ਉਹਦਾ ਨਾਰਥ ਕਿੱਧਰ ਨੂੰ ਡਿਫਲੈਕਟ ਹੋ ਜਾਏਗਾ, ਨਾਰਥ ਕਿੱਧਰ ਨੂੰ ਡਿਫਲੈਕਟ ਹੋ ਜਾਏਗਾ, ਇਸ ਸਾਈਡ ਨੂੰ ਡਿਫਲੈਕਟ ਹੋ ਜਾਏਗਾ। ਬਟ ਇਹੋ ਜੇ ਮੈਂ ਕਹਾਂ ਕਿ ਮੈਂ ਰਿਵਰਸ ਕਰ ਦੇਣਾ ਇਹਦੀ ਕਰੰਟ ਦੀ ਡਾਇਰੈਕਸ਼ਨ, ਇੱਧਰ ਕਰ ਦੇਣਾ ਕਰੰਟ ਦੀ ਡਾਇਰੈਕਸ਼ਨ, ਫਿਰ ਕੀ ਹੋਏਗਾ, ਫਿਰ ਨੀਡਲ ਕਿੱਧਰ ਨੂੰ ਹੋਏ ਡਿਫਲੈਕਟ ਹੋਏਗੀ, ਉਦੋਂ ਕੀ ਹੋਏਗਾ, ਤੁਹਾਡਾ ਜਿਹੜਾ ਨਾਰਥ ਪੋਲ ਆ ਇੱਧਰ ਡਿਫਲੈਕਟ ਹੋਏਗਾ, ਸਾਊਥ ਇੱਧਰ ਨੂੰ। ਨੀਡਲ ਜਿਵੇਂ ਦੇਖੋ ਕਰੰਟ ਇੱਧਰ ਨੂੰ ਮੂਵ ਕਰ ਰਿਹਾ, ਥੰਬ ਇੱਧਰ ਨੂੰ, ਠੀਕ ਆ। ਮੈਗਨੈਟਿਕ ਫੀਲਡ ਇੱਥੇ ਮੈਂ ਟੇਂਜੈਂਟ ਡਰਾ ਕਰਦਾ, ਇੱਧਰ ਨੂੰ ਆਏਗਾ, ਮੇਰੇ ਮਤਲਬ ਜਿਵੇਂ ਇੱਥੇ ਮੈਗਨੈਟਿਕ ਕੰਪਸ ਰੱਖਾਂਗਾ, ਉਹਦਾ ਨਾਰਥ ਪੋਲ ਕਿੱਧਰ ਨੂੰ ਆਏਗਾ, ਮੈਗਨੈਟਿਕ ਫੀਲਡ ਡਾਇਰੈਕਸ਼ਨ 'ਚ ਆਏਗਾ, ਇੱਧਰ ਨੂੰ ਹੋ ਜਾਏਗਾ, ਠੀਕ ਆ। ਇੱਧਰ ਨੂੰ ਰਿਫਲੈਕਟ ਹੋ ਜਾਏਗੀ ਤੁਹਾਡੀ ਮੈਗਨੈਟਿਕ ਕੰਪਸ ਦਾ ਨਾਰਥ ਪੋਲ, ਇੱਧਰ ਨੂੰ ਹੋ ਜਾਏਗਾ, ਠੀਕ ਆ, ਇੱਧਰ ਨੂੰ। ਸੋ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਅਰੈਸਟਡ ਨੇ, ਇਹ ਤੁਹਾਡੇ ਸਿਲੇਬਸ ਦੇ ਵਿੱਚ ਹੈਗਾ ਟੌਪਿਕ, ਠੀਕ ਹੈ ਨਾ, ਤੁਸੀਂ ਪ੍ਰੋਪਰ ਕਰਨਾ, ਠੀਕ ਆ। ਜਿਵੇਂ ਉਹਨੇ ਕੀਤਾ ਅੰਪੀਅਰ ਸਵਿਮਿੰਗ ਰੂਲ ਦਿੱਤਾ, ਇਹਨੂੰ ਇੱਕ ਵਾਰੀ ਤੁਸੀਂ ਪੜ੍ਹ ਲੈਣਾ, ਠੀਕ ਆ। ਸਿੰਪਲ ਹੈਗਾ ਵਾ, ਜਿਵੇਂ ਮੈਂ ਤੁਹਾਨੂੰ ਇਹ ਸਮਝਾਇਆ। ਉਹਨੇ ਕਿਹਾ ਇੱਕ ਸਵਿਮਰ ਕਿਹਾ, ਉਹਨੇ ਕਿਹਾ ਸਵਿਮਰ ਦਾ ਜਿਹੜਾ ਹੈਡ ਆ ਉਹ ਕੀ ਲਿਆ ਉਹਨੇ, ਨਾਰਥ ਪੋਲ ਲਿਆ, ਅਤੇ ਜਿਹੜੇ ਉਹਦੇ ਜਿਹੜੇ ਫੀਟ ਹੈਗੇ ਨੇ ਉਹਨੂੰ ਕੀ ਲਿਆ ਨਾ, ਸਾਊਥ ਪੋਲ ਲਿਆ, ਠੀਕ ਆ। ਜਿਵੇਂ ਸਵਿਮਰ ਆ ਕਰੰਟ ਦੀ ਡਾਇਰੈਕਸ਼ਨ 'ਚ ਜਿਵੇਂ ਤੈਰਦਾ, ਇੱਧਰ ਸਵਿਮ ਕਰਦਾ ਇੱਧਰ, ਠੀਕ ਆ। ਜਦੋਂ ਕਰੰਟ ਇੱਧਰ ਨੂੰ ਇੱਧਰ ਹੀ ਡਾਇਰੈਕਸ਼ਨ ਸਵਿਮ ਕਰੇਗਾ, ਹੈ ਨਾ, ਇਹ ਡਾਇਰੈਕਸ਼ਨ ਸਵਿਮ ਕਰਦਾ, ਅਤੇ ਉਹ ਕਿੱਧਰ ਨੂੰ ਚਲੋ ਉਹਦਾ ਹੈਡ ਕਿੱਧਰ ਨੂੰ ਮੂਵ ਕਰ ਜਾਏਗਾ, ਜਿੱਧਰ ਨਾਰਥ ਪੋਲ ਹੈ ਨਾ ਉੱਧਰ ਨੂੰ, ਇੱਧਰ ਨੂੰ, ਇੱਧਰ ਨੂੰ। ਉਹਨੇ ਉਹ ਸਵਿਮਰ ਦੀ ਹੈਲਪ ਨਾਲ ਸਮਝਾਇਆ ਇਹਨੂੰ ਕਨਸੈਪਟ ਨੂੰ, ਠੀਕ ਹੈ। ਮਤਲਬ ਕਿੱਧਰ ਨੂੰ ਸਵਿਮਰ ਡਿਫਲੈਕਟ ਹੋ ਜਾਏਗਾ, ਉਹਦਾ ਹੈਡ ਟਵਰਡ ਲੈਫਟ ਹੋ ਜਾਏਗਾ ਜਦੋਂ ਇੱਧਰ ਨੂੰ ਮੂਵ ਕਰੇਗਾ, ਠੀਕ ਆ। ਅਤੇ ਜੇ ਕਰੰਟ ਇੱਧਰ ਨੂੰ ਹੋਏਗਾ, ਉਹਦੇ ਕੋਲ ਕਿੱਧਰ ਨੂੰ ਡਿਫਲੈਕਟ ਹੋ ਜਾਏਗਾ, ਉਹ ਰਾਈਟ ਸਾਈਡ ਨੂੰ, ਠੀਕ ਹੈ ਜੀ। ਇਹ ਤੁਹਾਡਾ ਹੈਗਾ ਜੀ ਅਰੈਸਟਡ ਐਕਸਪੈਰੀਮੈਂਟ। ਮੈਗਨੈਟਿਕ ਫੀਲਡ ਤੁਹਾਨੂੰ ਮੈਂ ਦੱਸ ਦਿੱਤਾ, ਠੀਕ ਆ। ਮੈਗਨੈਟਿਕ ਫੀਲਡ ਹੁਣ ਨੈਕਸਟ ਕਰਦੇ ਹਾਂ ਆਪਾਂ ਮੈਗਨੈਟਿਕ ਫੀਲਡ। ਹੁਣ ਜਿਵੇਂ ਇਲੈਕਟ੍ਰਿਕ ਫੀਲਡ ਕੀਤਾ ਸੀ ਨਾ, ਇਲੈਕਟ੍ਰਿਕ ਫੀਲਡ ਇੰਟੈਂਸਿਟੀ ਨੂੰ ਅਸੀਂ ਕੈਪੀਟਲ E ਦੇ ਨਾਲ ਡਿਨੋਟ ਕੀਤਾ, ਇਹਦੇ ਵਿੱਚ ਮੈਗਨੈਟਿਕ ਫੀਲਡ ਜਿਹੜੀ ਇੰਟੈਂਸਿਟੀ ਹੈ ਉਹਨੂੰ ਅਸੀਂ ਕਿਹਨਾਂ ਡਿਨੋਟ ਕਰਾਂਗੇ, B ਦੇ ਨਾਲ, ਠੀਕ ਹੈ ਜੀ। ਅਤੇ ਇਹ ਕੀ ਹੈਗੀ ਆ, ਵੈਕਟਰ ਕੁਆਂਟਿਟੀ ਹੈਗੀ ਆ, ਕੀ ਹੈਗੀ ਆ, ਵੈਕਟਰ ਕੁਆਂਟਿਟੀ ਹੈਗੀ ਆ, ਠੀਕ ਹੈ। ਇਹਦਾ ਯੂਨਿਟ ਕੀ ਹੈਗਾ, ਐਸਾ ਹੀ ਯੂਨਿਟ ਕੀ ਹੈਗਾ, ਟੈਸਲਾ। ਦੂਜਾ ਹੋਰ ਕੀ ਯੂਨਿਟ ਹੈਗਾ ਇਹਦਾ, ਵੈਬਰ ਪਰ ਮੀਟਰ ਸਕੁਅਰ। ਜਾਂ ਇਹਦਾ ਇੱਕ ਹੋਰ ਨਾਮ ਹੈ, ਇਹਨੂੰ ਆਪਾਂ ਕੀ ਕਹਿ ਦਿੰਦੇ, ਮੈਗਨੈਟਿਕ ਫੀਲਡ ਇੰਟੈਂਸਿਟੀ ਨੂੰ ਮੈਗਨੈਟਿਕ ਇੰਡਕਸ਼ਨ। ਇਹਦੇ ਤਿੰਨ ਨਾਮ ਹੈਗੇ ਨੇ, ਮੈਂ ਤੁਹਾਨੂੰ ਦੱਸ ਦਿੰਦਾ। ਇਹਨੂੰ ਹੋਰ ਕੀ ਕਹਿ ਦਿੰਦੇ ਆਪਾਂ ਨਾ, ਮੈਗਨੈਟਿਕ ਇੰਡਕਸ਼ਨ,
ਹੋਰ ਕੀ ਨੇ ਮੈਗਨੈਟਿਕ ਫਲਕਸ ਡੈਂਸਿਟੀ। ਠੀਕ ਆ, ਇਹ ਤਿੰਨ ਨਾਮ ਇਹਦੇ ਮੈਗਨੈਟਿਕ ਫੀਲਡ ਡੈਂਸਿਟੀ। ਹੁਣ ਦੇਖੋ ਜਿਵੇਂ ਵਾਇਰ ਆ, ਮੈਂ ਨੈਕਸਟ ਜਿਹੜਾ ਆਰਟੀਕਲ ਕਰਵਾਉਣ ਲੱਗਾ ਨਾ ਉਹ ਹੈਗਾ ਜੀ ਫੋਰਸ ਔਨ ਏ ਮੂਵਿੰਗ ਚਾਰਜ ਇਨ ਮੈਗਨੈਟਿਕ ਫੀਲਡ। ਫੋਰਸ ਔਨ ਏ ਮੂਵਿੰਗ ਚਾਰਜ in a magnetic field। ठीक है, मैं चार्ज प्लस क्यों लेना पहला। ठीक है, मैगनैटिक फील्ड लेने आप अलॉन्ग वाई एक्सिस आ ना, इधर मैगनैटिक फील्ड की डायरेक्शन ले ली। ठीक है जी, ए तो की है वा ए वाई आ Z एक्सिस, मैं आ एक्स एक्सिस ले लेना। सपोज तो चार्ज इधर ਨੂੰ मूव कर रहा, इधर ਨੂੰ किन्नी वेलोसिटी नाल v वेलोसिटी ਦੇ ਨਾਲ। ਇਹ ਮੈਗਨੈਟਿਕ ਫੀਲਡ ਦੇ ਨਾਲ ਕਿੰਨੇ ਐਂਗਲ ਤੇ मूव कर रहा, एंगल थीटा। ठीक है, ਹੁਣ देखो तुसीं वेलोसिटी ਦੇ ਕੰਪੋਨੈਂਟ बना लोगे ना। ठीक है, वेलोसिटी का इस साइड कंपोनेंट की आ जाएगा v cos थीटा, इधर की आ जाएगा v sin थीटा। ठीक है, ਹੁਣ ਕੀ ਹੈ ਜਦੋਂ ਚਾਰਜ मूव करेगा मैगनैटिक फील्ड ਦੇ ਵਿੱਚ। ठीक है, मैगनैटिक फील्ड आ। ठीक है, मैगनैटिक फील्ड आ ਤੁਹਾਡਾ, ਇਹਦੇ ਵਿੱਚ ਚਾਰਜ मूव कर रहा। ठीक है, ਕਿੰਨੇ ਐਂਗਲ ਤੇ, ਜਿਵੇਂ ਇੱਧਰ ਨੂੰ मैगनैटिक फील्ड ਆ, ਇਹ ਇੱਧਰ ਨੂੰ मूव कर रहा ਚਾਰਜ एंगल थीटा ਤੇ। ਹੁਣ ਇਹਦੇ ਕੀ ਲੱਗੇਗੀ, ਫੋਰਸ ਲੱਗੇਗੀ। ਕੀ ਲੱਗੇਗੀ, ਫੋਰਸ। ਇੱਥੇ ਫੋਰਸ ਲੱਗੇਗੀ, ਇਹ ਫੋਰਸ ਐਕਸਪੀਰੀਅੰਸ ਕਰੂਗਾ। ਕਿੱਧਰ ਨੂੰ ਲੱਗੇਗੀ ਆਪਾਂ ਡਾਇਰੈਕਸ਼ਨ ਵੀ ਦੱਸਾਂਗੇ। ਹੁਣ ਸਭ ਤੋਂ ਪਹਿਲਾਂ ਮੈਗਨੀਟਿਊਡ ਦੀ ਗੱਲ ਕਰਦੇ ਹਾਂ। ਜਿਹੜਾ ਫੋਰਸ ਆ ਉਹਦਾ ਮੈਗਨੀਟਿਊਡ ਆ ਡਾਇਰੈਕਟਲੀ ਪ੍ਰਪੋਰਸ਼ਨਲ ਹੈਗਾ ਚਾਰਜ ਦੇ ਮੈਗਨੀਟਿਊਡ ਦੇ। ਠੀਕ ਆ, फस्ट सैकेंड है यह फोर्स डायरैक्टली प्रोपोर्शनल हैगी आ मैगनैटिक फील्ड इंटेंसिटी दे। ठीक है जी, यह फोर्स डायरैक्टली प्रोपोर्शनल हैगी आ देखो जिहड़ा मैगनैटिक फील्ड है ना, मतलब फोर्स चार्ज ते तां लगेगी, मतलब मैक्सिमम फोर्स उदों लगेगी जदों मैगनैटिक फील्ड तो वेलोसिटी दोनों क्या है परपेंडिकुलर है, कि है परपेंडिकुलर 90 डिग्री से ने। ठीक है, मतलब इतने तुम जो कंपोनेंट है ना जोड़ा ये अलॉन्ग है मैगनैटिक फील्ड के, उधर जो चार्ज मूव कर रहा है जिधर मैगनैटिक फील्ड आ, तो फिर चार्ज तो कोई भी फोर्स नहीं लगेगी। आप प्रूव कर देंगे परपेंडिकुलर मूव करेगा तो फोर्स मैक्सिमम लगेगी। तो फोर्स की डायरेक्टली प्रोपोर्शनल हैगी आ v sin थीटा। ठीक है, आ मैगनैटिक फील्ड परपेंडिकुलर होना चाहिए वेलोसिटी। ठीक है, अलॉन्ग जिधर जे चार्ज इधर मूव करता है जिधर मैगनैटिक फील्ड है तो वो ऊपर कोई फोर्स नहीं लगी। इन्होंने तीनों कंबाइन करिए, आप इन्हों कंबाइन करते अपने को आ जाता एफ डायरैक्टली प्रोपोर्शनल टू क्यू वी बी साइन थीटा। प्रोपोर्शनलिटी साइन हटाइए, कॉन्स्टेंट के आ जाता। ठीक है, के की वैल्यू कितनी है एक्सपैरीमेंटली फाउंड की गई 1 की आ जाएगा एफ की निकल आ जाएगा क्यू वी बी साइन थीटा। जिन्होंने वैक्टर फॉर्म च लिखना किमें लिख सकते हैं एफ वैक्टर। हम तुम क्रॉस प्रोडक्ट पढ़िया ना, जिमें ए वैक्टर क्रॉस बी वैक्टर कि लिख लो ए बी साइन थीटा एन कैप है ना, डायरैक्शन एन कैप होगी। ये क्या आ जाएगा क्यू बी वैक्टर क्रॉस बी वैक्टर है ना, ए बी साइन थीटा ना, बी वैक्टर क्रॉस बी वैक्टर आ जाएगा। हम देखो जो तुम फोर्स की डायरैक्शन फाइंड करनी है, फोर्स की फाइंड करनी है डायरैक्शन ऑफ फोर्स। तुसें की यूज़ करना राइट हैंड रूल, या तो राइट हैंड रूल यूज़ कर लो, राइट हैंड रूल, या कि यूज़ कर लो राइट हैंडेड स्क्रू रूल। हम देखो तुहाडा पहला वी दिता ना, वी तो तुम फिंगर्स नूं राइट हैंड दी फिंगर्स नूं किधर नूं कर्ल करना बी वाल। ठीक है, हम देखो जिवें आ देखो ए तुहाडा मैगनैटिक फील्ड बी आ, वी तो बी है ना, वी तो किधर मूव करना तुसीं बी वाल मूव करना। फिंगर्स वी वाल रखो पहला, जिवें ए वी है मैं वी वाल फिंगर्स रखती हाँ। ठीक है, वी वाल फिंगर्स रख दियाँ, बी इधर नूं इधर नूं कर्ल किया तो फोर्स की डायरैक्शन किधर होएगी अपवर्ड। ठीक है, किधर इधर जेड एक्सिस वाल फोर्स की डायरैक्शन तुसीं करके देखना।
ਫਿੰਗਰਸ ਰਾਈਟ ਹੈਂਡ ਜਿਹੜੀਆਂ ਫਿੰਗਰਸ ਇਹਨੂੰ ਹੱਥ ਨੂੰ ਐਂਡ ਕਰਕੇ ਇੰਜ ਕਰਕੇ ਜਿਵੇਂ ਵੀ ਆ ਵੀ ਦੇ ਉੱਪਰ ਆਪਣੀ ਫਿੰਗਰਸ ਐਂ ਰੱਖ ਲੈਣਾ, ਠੀਕ ਆ। ਫਿਰ ਉਹਨੂੰ ਕਿੱਧਰ ਵੀ ਜਿੱਧਰ ਵੀ ਆ ਉੱਧਰ ਨੂੰ ਮੂਵ ਕਰਨਾ, ਕਰਤਾ ਮੂਵ। ਕਿੱਧਰ ਆ ਗਈ ਡਾਇਰੈਕਸ਼ਨ ਫੋਰਸ ਦੀ, ਅਪਵਰਡ ਆ ਗਈ, ਪਰਪੈਂਡੀਕੂਲਰ ਆ ਗਈ ਹੈ ਨਾ। ਹੁਣ ਫੋਰਸ ਕਿਹਦੇ ਪਰਪੈਂਡੀਕੂਲਰ ਹੋਊਗੀ, ਵੀ ਦੇ ਵੀ ਪਰਪੈਂਡੀਕੂਲਰ ਹੋਏਗੀ ਫੋਰਸ ਦੀ ਡਾਇਰੈਕਸ਼ਨ, ਤੇ ਬੀ ਦੇ ਵੀ ਪਰਪੈਂਡੀਕੂਲਰ ਹੋਏਗੀ, ਠੀਕ ਹੈ ਜੀ। ਸੋ ਇਸ ਤਰੀਕੇ ਦੇ ਨਾਲ ਅਸੀਂ ਕਿਹਦੀ ਡਾਇਰੈਕਸ਼ਨ ਫਾਈਂਡ ਕਰ ਲੈਂਦੇ ਹਾਂ, ਫੋਰਸ ਦੀ। ਕਿੱਧਰ ਹੋਏਗੀ, ਡਾਇਰੈਕਸ਼ਨ ਆਫ force on positive charge particle will be perpendicular to the plane of paper upward। ਜਦੋਂ ਨੈਗੇਟਿਵ ਚਾਰਜ ਲਵਾਂਗੇ ਅਪਵਰਡ ਆ ਨਾ, ਉਹਦੀ ਉਹ ਤੋਂ ਓਪੋਜ਼ਿਟ ਆਏਗੀ। ਤੁਸੀਂ ਹਮੇਸ਼ਾ ਪਹਿਲਾਂ ਪੋਜ਼ੀਟਿਵ ਵਾਲੇ ਦੀ ਕਰਕੇ ਦੇਖ ਲੈਣਾ, ਨੈਗੇਟਿਵ ਵਾਲੇ ਦੀ ਹਮੇਸ਼ਾ ਉਹ ਤੋਂ ਓਪੋਜ਼ਿਟ ਲੈਣੀ, 180 ਡਿਗਰੀ 'ਤੇ ਰੋਟੇਟ ਕਰ ਦੇਣਾ। ਜਿਵੇਂ ਪੋਜ਼ੀਟਿਵ ਦੀ ਅਪਵਰਡ ਆਏਗੀ, ਨੈਗੇਟਿਵ ਦੀ ਕੀ ਆਊਗੀ, ਡਾਊਨਵਰਡ, ਠੀਕ ਹੈ ਜੀ। ਨੈਗੇਟਿਵ ਪਾਰਟੀਕਲ ਦੀ ਕਿੱਧਰ ਆਏਗੀ, ਡਾਇਰੈਕਸ਼ਨ ਆਫ ਫੋਰਸ ਔਨ ਨੈਗੇਟਿਵ ਚਾਰਜ particle is perpendicular to the plane of paper downwards। देखो एक ਹੁੰਦਾ perpendicular to the plane of paper downward। plane of paper downward means ਜਿਵੇਂ ਤੁਹਾਨੂੰ ਦੇਖ ਕਾਪੀ ਤੇ ਹੈ ਨਾ, ਇਹ ਇਨਵਰਡ ਆ ਰਹੀ ਹੈ ਇਹਨੂੰ, ਠੀਕ ਆ। ਇਹਨੂੰ ਕਹਾਂਗੇ perpendicular to the plane of paper downward ਜਾਂ inward। ਜੇ ਉੱਪਰ ਨੂੰ ਆ ਰਹੀ ਹੈ ਨਾ, ਤੁਸੀਂ ਜਿਵੇਂ ਅਪਵਰਡ ਆ ਰਹੀ ਹੈ ਨਾ ਪੇਜ ਤੋਂ, ਇਹਨੂੰ ਤੁਸੀਂ ਕਹਿ ਸਕਦੇ ਹਾਂ ਪਰਪੈਂਡੀਕੂਲਰ ਟੂ ਦਾ ਪਲੇਨ ਆਫ ਪੇਪਰ ਆਊਟਵਰਡ ਜਾਂ ਅਪਵਰਡ, ਠੀਕ ਆ। ਹੁਣ ਕੋਈ ਸਪੈਸ਼ਲ ਕੇਸ ਹੈਗੇ ਨੇ। ਪਹਿਲਾ ਕੇਸ, ਜਦੋਂ ਜਿੱਧਰ ਮੈਗਨੈਟਿਕ ਫੀਲਡ ਹੈਗਾ ਉੱਧਰ ਹੀ ਕੀ ਮੂਵ ਕਰ ਰਿਹਾ, ਤੁਹਾਡਾ ਚਾਰਜ ਪਾਰਟੀਕਲ ਮੂਵ ਕਰ ਰਿਹਾ। ਮਤਲਬ ਹੁਣ ਦੇਖੋ ਇੱਥੇ ਕਿੰਨਾ ਐਂਗਲ ਥੀਟਾ ਸੀ, ਜਿੱਧਰ ਚਾਰਜ ਪਾਰਟੀਕਲ ਮੂਵ ਕਰੇ ਤਾਂ ਮੈਗਨੈਟਿਕ ਫੀਲਡ, ਜਦੋਂ ਸੇਮ ਡਾਇਰੈਕਸ਼ਨ 'ਚ ਮੂਵ ਕਰਨਗੇ ਉਦੋਂ ਕੀ ਹੋ ਜਾਏਗਾ, ਥੀਟਾ ਕਿੰਨਾ ਹੋ ਜਾਏਗਾ, 0 ਡਿਗਰੀ ਹੋ ਜਾਏਗਾ। ਜੇ ਥੀਟਾ 0 ਡਿਗਰੀ ਆ, ਫੋਰਸ ਦਾ ਮੈਗਨੀਟਿਊਡ ਇਹਦੇ ਕੋਲ ਹੈਗਾ ਕਿਊ ਵੀ ਬੀ ਸਾਈਨ ਥੀਟਾ, ਐਂਡ ਸਾਈਨ 0 ਡਿਗਰੀ ਕਿੰਨੀ ਵੈਲਿਊ ਹੁੰਦੀ ਆ, 0। ਇਟ ਮੀਨਸ ਜਦੋਂ ਚਾਰਜ ਪਾਰਟੀਕਲ ਮੈਗਨੈਟਿਕ ਫੀਲਡ ਦੀ ਡਾਇਰੈਕਸ਼ਨ 'ਚ ਮੂਵ ਕਰੇਗਾ ਅਤੇ ਉਹਨਾਂ ਦੇ ਵਿੱਚ ਉਹ ਚਾਰਜ ਪਾਰਟੀਕਲ ਉੱਪਰ ਕੋਈ ਵੀ ਫੋਰਸ ਨਹੀਂ ਲੱਗੇਗੀ, ਮੈਗਨੈਟਿਕ ਫੋਰਸ ਕੋਈ ਨਹੀਂ ਲੱਗੇਗੀ, ਠੀਕ ਆ। ਜੇ 180 ਡਿਗਰੀ ਮੀਨਸ ਜਿੱਧਰ ਮੈਗਨੈਟਿਕ ਫੀਲਡ ਆ, ਸੈਕਿੰਡ ਕੇਸ ਕਿਹੜਾ ਹੈਗਾ, ਮੈਗਨੈਟਿਕ ਫੀਲਡ ਇੱਧਰ ਆ, ਪਾਰਟੀਕਲ ਇੱਧਰ ਮੂਵ ਕਰ ਰਿਹਾ, ਠੀਕ ਆ। ਦੋਨਾਂ 'ਚ ਕਿੰਨਾ ਐਂਗਲ ਹੈਗਾ, 180 ਡਿਗਰੀ, ਅਤੇ ਸਾਈਨ 180 ਡਿਗਰੀ ਦੀ ਵੈਲਿਊ ਕਿੰਨੀ ਹੁੰਦੀ ਹੈ, 0। ਉਦੋਂ ਵੀ ਫੋਰਸ ਕਿੰਨੀ ਲੱਗੇਗੀ, 0 ਲੱਗੇਗੀ, ਇੱਥੇ ਪੁੱਟ ਕਰ ਲਓ, ਠੀਕ ਹੈ ਜੀ। ਅਤੇ ਮੈਕਸੀਮਮ ਫੋਰਸ ਕਦੋਂ ਲੱਗੇਗੀ, ਮੈਕਸੀਮਮ ਫੋਰਸ ਔਨ ਦਾ ਚਾਰਜਡ ਪਾਰਟੀਕਲ ਕਦੋਂ ਲੱਗੇਗੀ, ਜਦੋਂ F ਇਜ਼ ਇਕੁਅਲ ਟੂ ਕਿਊ ਵੀ ਬੀ ਸਾਈਨ ਥੀਟਾ ਹੈ ਨਾ, ਮੈਗਨੀਟਿਊਡ ਸਾਈਨ ਥੀਟਾ ਦੀ ਮੈਕਸੀਮਮ ਵੈਲਿਊ ਕਿੰਨੀ ਹੁੰਦੀ ਹੈ, 1 ਕਿੰਨੇ ਐਂਗਲ 'ਤੇ ਹੁੰਦੀ ਹੈ, 90 ਡਿਗਰੀ 'ਤੇ, ਠੀਕ ਆ। ਜਦੋਂ ਵੈਲੋਸਿਟੀ ਤੇ ਜਿੱਧਰ ਚਾਰਜ ਪਾਰਟੀਕਲ ਮੂਵ ਕਰ ਰਿਹਾ ਉਹ ਡਾਇਰੈਕਸ਼ਨ ਅਤੇ ਮੈਗਨੈਟਿਕ ਫੀਲਡ ਦੋਨਾਂ ਵਿੱਚ ਕਿੰਨਾ ਐਂਗਲ ਹੋਏਗਾ, ਮੈਗਨੈਟਿਕ ਫੀਲਡ ਇੱਧਰ ਆ, ਚਾਰਜ ਪਾਰਟੀਕਲ ਇਹਦੇ ਪਰਪੈਂਡੀਕੂਲਰ ਮੂਵ ਕਰੇਗਾ, ਚਾਰਜ ਪਾਰਟੀਕਲ, ਠੀਕ ਆ। ਪਰਪੈਂਡੀਕੂਲਰ ਮੀਨਸ 90 ਡਿਗਰੀ, ਦੋਨਾਂ ਦੀ ਡਾਇਰੈਕਸ਼ਨ ਐਂਗਲ 90 ਡਿਗਰੀ ਹੋਣਾ ਚਾਹੀਦਾ। ਉਦੋਂ ਫੋਰਸ ਕਿੰਨੀ ਲੱਗੇਗੀ, ਮੈਕਸੀਮਮ ਲੱਗੇਗੀ। ਕਿੰਨੀ ਫੋਰਸ ਹੋਏਗੀ, F ਇਜ਼ ਇਕੁਅਲ ਟੂ ਕਿਊ ਵੀ ਬੀ, ਕਿਉਂਕਿ ਸਾਈਨ 90 ਡਿਗਰੀ ਦੀ ਕਿੰਨੀ ਵੈਲਿਊ ਹੁੰਦੀ ਹੈ, 1 ਹੁੰਦੀ ਹੈ। तो मैक्सिमम फोर्स कदों लगती है, जो चार्ज पार्टिकल मैगनैटिक फील्ड की डायरैक्शन से परपेंडिकुलर मूव करता। जे जिधर मैगनैटिक फील्ड उधर चार्ज पार्टिकल मूव करता तो फोर्स 0 लगेगी, कोई फोर्स नहीं उत्थे लगेगी, ठीक है जी। नैक्सट है फ्लैमिंग लैफ्ट हैंड रूल। तुम ये डायरैक्शन तुम इदा भी फाइंड कर सकते जे फोर्स की, फ्लैमिंग लैफ्ट हैंड रूल लगा के, ठीक है। किवें जिहड़ा तुहाडा थंब आ वो कि डायरैक्शन देगा, फोर्स की। जी फस्ट फिंगर जी इस साइड तो जो आ देखो लैफ्ट हैंड थंब
ਥੰਬ ਤੋਂ ਬਾਹਰ ਜਿਹੜੀ ਫਸਟ ਫਿੰਗਰ ਕਿਹੜੀ ਡਾਇਰੈਕਸ਼ਨ ਹੋਏਗੀ ਹੈ ਮੈਗਨੈਟਿਕ ਫੀਲਡ ਦੀ। ਜਿਹੜੀ ਇਹ ਸੈਂਟਰ ਵਾਲੀ ਫਿੰਗਰ ਆ ਕਿੱਧਰ, ਜਿੱਧਰ ਚੱਲਦਾ ਪੋਜ਼ਿਟਿਵ ਚਾਰਜ ਪਾਰਟੀਕਲ ਮੂਵ ਕਰ ਰਿਹਾ, ਵੈਲੋਸਿਟੀ ਡਾਇਰੈਕਸ਼ਨ। ਇਹ ਵੈਸੇ ਕਰੰਟ ਦੀ ਡਾਇਰੈਕਸ਼ਨ ਹੁੰਦੀ ਹੈ, ਠੀਕ ਹੈ। ਕਰੰਟ ਦੀ ਡਾਇਰੈਕਸ਼ਨ ਉਹੀ ਹੁੰਦਾ ਨਾ ਜਿੱਧਰ ਤੁਹਾਡਾ ਪੋਜ਼ਿਟਿਵਲੀ ਚਾਰਜ ਪਾਰਟੀਕਲ ਮੂਵ ਕਰ ਰਿਹਾ, ਠੀਕ ਆ। ਤੇ ਇਹ ਕਰੰਟ ਦੀ ਡਾਇਰੈਕਸ਼ਨ ਆ ਤੁਹਾਡੀ, ਠੀਕ ਆ, ਮਤਲਬ ਜਿੱਧਰ ਪੋਜ਼ਿਟਿਵ ਚਾਰਜ ਮੂਵ ਕਰ ਰਿਹਾ। ਇਹ ਨੈਗੇਟਿਵ ਚਾਰਜ ਫਿਰ ਇੱਧਰ ਨਹੀਂ ਆਏਗੀ, ਠੀਕ ਆ। ਫਿਰ ਤੁਸੀਂ ਦੇਖਣਾ ਡਾਇਰੈਕਸ਼ਨ। ਸੋ ਇਸ ਤਰੀਕੇ ਨਾਲ ਤੁਸੀਂ ਫਾਈਂਡ ਕਰ ਸਕਦੇ ਹੋ। ਤੁਸੀਂ ਆਪਣੀਆਂ ਇਹਨਾਂ ਦੋਵਾਂ ਫਿੰਗਰਸ ਨੂੰ B ਅਤੇ V ਵੱਲ ਅਲਾਈਨ ਕਰਨਾ, ਠੀਕ ਆ। ਤੁਹਾਡੀ ਕਿਹੜੀ ਡਾਇਰੈਕਸ਼ਨ ਆ ਜਾਏਗੀ, ਫੋਰਸ ਦੀ ਡਾਇਰੈਕਸ਼ਨ ਆ ਜਾਏਗੀ। ਫਿਰ ਤੁਸੀਂ ਨੈਕਸਟ ਹੈ ਡਾਇਮੈਂਸ਼ਨਸ ਫਾਈਂਡ ਕਰਨੀਆਂ ਨੇ। ਡਾਇਮੈਂਸ਼ਨਸ B ਦੀਆਂ ਕਿੱਦਾਂ ਕਰੋਗੇ ਫਾਈਂਡ, F = QVB sin θ। B ਕਿਹਦੇ ਕੋਲ ਆ ਗਿਆ, F/QVB sin θ। ਤੁਹਾਨੂੰ ਪਤਾ sin θ ਡਾਇਮੈਂਸ਼ਨ ਲੈ ਸਕਦੀ, ਕੋਈ ਡਾਇਮੈਂਸ਼ਨਸ ਨਹੀਂ ਹੁੰਦੀਆਂ। ਫੋਰਸ ਦੀਆਂ ਡਾਇਮੈਂਸ਼ਨ ਹੈਗੀਆਂ ਕਿੰਨੀਆਂ, M1 L1 T -2 ਓਵਰ ਕਰੰਟ ਦੀ ਚਾਰਜ ਦੀ ਕਿੰਨੀ ਹੁੰਦੀ ਹੈ, A × T, V ਦੀ LT -1। ਸੌਰੀ ਇੱਥੇ ਮੈਂ B ਨਹੀਂ ਆਉਣਾ, ਠੀਕ ਹੈ। तो डायमेंशन फार्मूला कितना आ जाएगा, M1 A -1 T -2, ठीक है। ये मैग्नेटिक फील्ड इंटेंसिटी ਦੀਆਂ डायमेंशनस आ जाएंगे, ठीक है जी। देखो ਹੁਣ ਜਿਵੇਂ ਮੈਂ ਤੁਹਾਨੂੰ ਦੱਸਦਾ, ਜੇ ਚਾਰਜ ਹੈਗਾ ਰੈਸਟ ਤੇ, ਚਾਰਜ ਕੀ ਹੈਗਾ ਰੈਸਟ ਤੇ, ਉਹਦੇ ਉੱਪਰ ਕੋਈ ਵੀ ਫੋਰਸ ਨਹੀਂ ਲੱਗਣੀ। ਜਿਵੇਂ ਮੰਨ ਲਓ ਇਹ ਇੱਕ ਤੁਹਾਡੀ ਕਰੰਟ ਕੈਰਿੰਗ ਆ ਇੱਕ ਵਾਇਰ ਆ, ਇਹ 'ਚੋਂ ਕਰੰਟ ਹੈਗਾ ਪਾਸ ਕਰ ਰਿਹਾ ਕਰੰਟ, ਇਹਦੇ ਲਾਗੇ ਮੈਂ ਚਾਰਜ ਰੱਖਤਾ। ਇਹ ਚਾਰਜ ਕਿੱਥੇ ਹੈਗਾ ਰੈਸਟ ਤੇ। ਇਹ ਤੁਸੀਂ ਸਾਰੇ ਕੇਸਿਸ ਲਿਖਣੇ ਨੇ ਕਾਪੀ ਦੇ ਉੱਪਰ, ਤੁਹਾਨੂੰ MCQ ਆ ਸਕਦਾ, ਠੀਕ ਆ। ਇਹ ਚਾਰਜ ਕਿਉਂ ਮੈਂ ਰੈਸਟ ਦੇ ਉੱਪਰ ਰੱਖਿਆ, ਕੀ ਇਹਦੇ ਉੱਪਰ ਕੋਈ ਫੋਰਸ ਲੱਗੇਗੀ, लगेगी। देखो F = QVB मैग्नीट्यूड लिख रहे हैं sin θ। मैं ਤੁਹਾਨੂੰ कहना जो चार्ज पार्टिकल रैसट ਤੇ ਹੈਗਾ ਉਹਦੇ ਉੱਪਰ ਕੋਈ ਵੀ फोर्स नहीं लगनी। देखो आ वेलोसिटी 0 होगी जो रैसट ਤੇ ਆ, फोर्स कितनी होगी 0। मतलब ਹੁਣ ਆ ਵਾਇਰ ਆ, ਕਰੰਟ ਪਾਸ ਮੂਵ ਕਰ ਹੈ ਨਾ, ਫਲੋ ਕਰ ਰਿਹਾ ਇਹਦੇ ਵਿੱਚੋਂ, ਇਹਦੇ ਰਾਊਂਡ ਮੈਗਨੈਟਿਕ ਫੀਲਡ ਤੇ ਹੈਗਾ ਹੈ ਨਾ, ਇਹਨੂੰ ਮੈਗਨੈਟਿਕ ਫੀਲਡ 'ਚ ਪਿਆ ਚਾਰਜ ਪਾਰਟੀਕਲ, ਪਰ ਇੱਥੇ ਕੋਈ ਫੋਰਸ ਨਹੀਂ ਲੱਗ ਰਹੀ। ਕਿਉਂ ਨਹੀਂ ਲੱਗ ਰਹੀ, ਕਿਉਂਕਿ ਇਹ ਚਾਰਜ ਕਿੱਥੇ ਹੈਗਾ ਰੈਸਟ ਦੇ ਉੱਪਰ ਹੈਗਾ, ਇਹ ਫਾਰਮੂਲੇ ਤੋਂ, ਠੀਕ ਆ। ਪਰ ਜਦੋਂ ਇਹ ਚਾਰਜ ਮੂਵ ਕਰ ਰਿਹਾ ਫਿਰ ਇਹ 'ਤੇ ਫੋਰਸ ਲੱਗੇਗੀ, ਠੀਕ ਆ। ਤੁਹਾਨੂੰ ਸਟਾਰਟਿੰਗ ਦੇ ਵਿੱਚ ਕਿਹਾ ਜੀ, ਠੀਕ ਹੈ ਜੀ। ਇਹ ਤੁਹਾਡਾ ਹੋ ਗਿਆ